ਸੁਪਰੀਮ ਕਲਕੀ ਅਵਤਾਰ ਭਾਗ 3 ਪਰਮ ਸ਼ਾਂਤੀ। ਪਹਿਲਾਂ ਮੈਂ 2 ਕਲਕੀ ਅਵਤਾਰ ਦੇ ਵੀਡੀਓਜ਼ ਬਣਾ ਚੁੱਕਾ ਹਾਂ। ਉਸ ਵਿੱਚ ਥੋੜੀ ਡਿਟੇਲ ਮਤਲਬ ਵਿਸਤਾਰ ਦਿੱਤਾ ਹੈ। ਹੁਣ ਅੱਗੇ ਵਿਸ਼ਵ 'ਚ ਗਿਆਨ ਚਾਰੋਂ ਪਾਸੇ ਫੈਲ ਜਾਏਗਾ। ਵਾਤਾਵਰਣ 'ਚ ਹੀ ਗਿਆਨ ਫੈਲ ਜਾਏਗਾ। ਗਿਆਨ ਹੀ ਗਿਆਨ। ਲੋਕੀ ਗਿਆਨ ਦੀ ਤਰਫ ਹੀ ਭੱਜਣਗੇ ਕਿਉਂਕਿ ਗਿਆਨ ਤੋਂ ਹੀ ਉਹ ਬਚ ਸਕਣਗੇ ਤੇ ਉਹ ਪਰਮ ਗਿਆਨ ਹੋਏਗਾ। ਉਹ ਗਿਆਨ ਕਿਤੇ ਵੀ ਪਹਿਲਾਂ ਨਹੀਂ ਹੋਏਗਾ। ਪਰਮ ਗਿਆਨ ਨਾਲ ਲਿਖਿਆ ਗਿਆ ਕਿਤਾਬਾਂ 'ਚ ਉਹ ਪਰਮ ਗਿਆਨ ਹੋਏਗਾ। ਚਿੱਟੇ ਦੁੱਧ ਦੀ ਤਰ੍ਹਾਂ ਦਾ ਗਿਆਨ ਮਤਲਬ ਪਰਮ ਪਵਿੱਤਰ ਗਿਆਨ ਹੋਏਗਾ। ਪਰਮ 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 ਪਵਿੱਤਰ ਗਿਆਨ ਹੋਏਗਾ। ਬੇਹੱਦ ਦਾ ਪਰਮ ਗਿਆਨ ਹੋਏਗਾ ਤੇ ਸਾਰੀਆਂ ਆਤਮਾਵਾਂ ਨੂੰ ਟੱਚ ਮਤਲਬ ਛੂਏਗਾ। ਤੇ ਸਭ ਉਹ ਗਿਆਨ ਭਾਵੇਂ ਇੰਟਰਨੈਟ ਦੇ ਰਾਹੀਂ ਵੇਖਣ, ਭਾਵੇਂ ਟੀਵੀ ਦੇ ਰਾਹੀਂ ਵੇਖਣ, ਅੱਗੇ ਜਾ ਕੇ ਸਿਰਫ ਗਿਆਨ ਹੀ ਗਿਆਨ ਹੋਏਗਾ। ਵਾਤਾਵਰਣ 'ਚ ਲੋਕੀ ਗਿਆਨ ਦੇ ਵੱਲ ਭੱਜਣਗੇ ਅਤੇ ਗਿਆਨ ਨੂੰ ਜ਼ਿੰਦਗੀ 'ਚ ਹੌਲੀ ਹੌਲੀ ਲਿਆਣਗੇ। ਗਿਆਨ ਸਾਗਰ 'ਚ ਡੁੱਬਣਗੇ। ਗਿਆਨ ਸਾਗਰ 'ਚ ਚੁੱਭੀਆਂ ਲਾਣਗੇ। ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਕਿਉਂ ਆਇਆ ਹਾਂ, ਇਹ ਸੋਚਣਗੇ। ਮੈਂ ਕੀ ਗੈਲੈਕਸੀ ਤੋਂ ਆਇਆ ਹਾਂ, ਮੈਂ ਕੀ ਸੋਲਰ ਸਿਸਟਮ ਮਤਲਬ ਇੱਕ ਬ੍ਰਹਮੰਡ ਤੋਂ ਆਇਆ ਹਾਂ, ਮੈਂ ਗ੍ਰੇਟ ਯੂਨੀਵਰਸ ਤੋਂ ਆਇਆ ਹਾਂ, ਮੈਂ ਮਲਟੀਵਰਸ ਤੋਂ ਆਇਆ ਹਾਂ, ਮੈਂ ਕਿਹੜੀ ਕੈਟਾਗਰੀ ਦੀ ਆਤਮਾ ਹਾਂ। ਤੇ ਸਭ ਕੋਸ਼ਿਸ਼ ਕਰਨਗੇ ਗਿਆਨ ਤੋਂ ਹੀ ਪਛਾਣ ਕਰਨ ਦੀ। ਗਿਆਨ ਹੈ ਪਛਾਣ। ਗਿਆਨ ਆਤਮਾ ਦੀ ਵੀ ਪਛਾਣ ਹੈ। ਬੇਹੱਦ ਦੇ ਪਰਮਾਤਮਾ ਦੀ ਵੀ ਪਛਾਣ ਹੈ। ਬੇਹੱਦ ਦੇ ਪਰਮ ਪਿਤਾ ਦੀ ਵੀ ਪਛਾਣ ਗਿਆਨ ਹੈ। ਗਿਆਨ ਤੋਂ ਜੱਜ ਮਤਲਬ ਨਿਰਣਾ ਕਰ ਸਕਣਗੀਆਂ ਹਰ ਇੱਕ ਆਤਮਾ ਅਤੇ ਹਰ ਇੱਕ ਆਤਮਾ ਗਿਆਨ ਤੋਂ ਹੀ ਆਪਣੇ ਆਪ ਨੂੰ ਜੱਜ ਕਰ ਸਕੇਗੀ ਕਿਉਂਕਿ ਕਿੰਨਾ ਗਿਆਨ ਸਮਝ 'ਚ ਆਉਂਦਾ ਹੈ। ਅਗਰ ਇੱਕ ਕਲਾ ਦੀ ਆਤਮਾ ਹੈ ਤੇ ਉਸ ਨੂੰ ਸੋਲਰ ਸਿਸਟਮ ਮਤਲਬ ਇੱਕ ਬ੍ਰਹਮੰਡ ਜਾਂ ਜਨਰਲ ਜਾਨੀ ਆਮ ਤੋਂ ਮਲਟੀਵਰਸ ਤੱਕ ਦਾ ਗਿਆਨ ਸਮਝ ਆਏਗਾ। ਇਸ ਲਈ ਗੈਲੈਕਸੀ, ਯੂਨੀਵਰਸ, ਮਲਟੀਵਰਸ ਤੱਕ ਦੇ ਆਮ ਸ਼ਬਦ ਹਨ ਤੇ ਜੋ ਪੜ੍ਹੇ ਲਿਖੇ ਲੋਕ ਹਨ, ਜੋ ਬੁੱਧੀਜੀਵੀ ਯਾਨੀ ਜੀਨੀਅਸ ਹਨ, ਉਹਨਾਂ ਦੀ ਬੁੱਧ 'ਚ ਯੂਨੀਵਰਸ ਤੱਕ ਦਾ ਗਿਆਨ ਆ ਹੀ ਜਾਏਗਾ। ਪਰ ਹੋ ਸਕਦਾ ਹੈ ਕਿ ਉਹ ਅੱਧੀ ਕਲਾ ਦੀ ਵੀ ਆਤਮਾ ਹੋਵੇ ਤੇ ਉਹ ਮੁਕਤੀ ਵਾਲੀ ਵੀ ਆਤਮਾ ਹੋ ਸਕਦੀ ਹੈ ਤੇ ਹੌਲੀ ਹੌਲੀ ਚਾਰੋਂ ਪਾਸੇ ਗਿਆਨ ਹੋ ਜਾਏਗਾ। ਲੋਕੀ ਗਿਆਨ ਤੋਂ ਗਿਆਨ ਸਰੂਪ ਮਤਲਬ ਗਿਆਨ ਦਾ ਰੂਪ ਹੀ ਧਾਰਨ ਕਰ ਲੈਣਗੇ। ਗਿਆਨ ਸਰੂਪ ਬਣ ਕੇ ਗਿਆਨ ਨੂੰ ਜ਼ਿੰਦਗੀ 'ਚ ਧਾਰਨ ਮਤਲਬ ਅਪਣਾ ਲੈਣਗੇ ਅਤੇ ਆਤਮ ਸਰੂਪ ਦੀ ਅਨੁਭੂਤੀ ਯਾਨੀ ਮਹਿਸੂਸ ਕਰਨ ਲੱਗਣਗੇ। ਆਤਮਾਵਾਂ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨ ਮਤਲਬ ਸੰਕਲਪ ਪਾਉਣਗੀਆਂ। ਸਾਰਿਆਂ ਨੂੰ ਲੱਗੇਗਾ ਵਿਸ਼ਵ 'ਚ ਸ਼ਾਂਤੀ ਚਾਹੀਦੀ ਹੈ ਤੇ ਪਰਮ ਸ਼ਾਂਤੀ ਸੋਚਣਾ ਬੋਲਣਾ ਪਏਗਾ ਤੇ ਉਹ ਵੀ ਆਤਮ ਸਰੂਪ ਦੀ ਅਨੁਭੂਤੀ ਦੇ ਨਾਲ। ਸਾਰੇ ਚਾਰੋਂ ਪਾਸੇ ਸਾਰੀ ਦੁਨੀਆ ਭਾਵੇਂ ਸਥੂਲ ਜਗਤ ਹੋਵੇ, ਭਾਵੇਂ ਸੂਖਮ ਜਗਤ ਹੋਵੇ, ਭਾਵੇਂ ਸਾਕਾਰੀ ਹੋਵੇ, ਭਾਵੇਂ ਆਕਾਰੀ ਹੋਵੇ, ਭਾਵੇਂ ਨਿਰਾਕਾਰੀ ਆਤਮਾਵਾਂ ਹੋਣ, ਸਾਰੀਆਂ ਆਤਮਾਵਾਂ ਪਰਮ ਸ਼ਾਂਤੀ ਸੋਚਣਗੀਆਂ ਅਤੇ ਪਰਮ ਸ਼ਾਂਤੀ ਸੋਚਣ ਕਰਕੇ ਹੌਲੀ ਹੌਲੀ ਆਤਮਾ ਦੇ ਅੰਦਰ ਪਰਮ ਸ਼ਾਂਤੀ ਆਏਗੀ ਤੇ ਪਰਮ ਸ਼ਾਂਤੀ ਆਉਣ ਤੇ ਆਤਮਾ ਸੰਤੁਸ਼ਟ ਮਣੀ ਮਤਲਬ ਸੰਤੋਖ ਦੀ ਮਣੀ ਬਣ ਜਾਏਗੀ। ਇੱਛਾ ਮਾਤਰਮ ਅਵਿਦਿਆ ਮਤਲਬ ਇੱਛਾ ਦੇ ਉੱਪਰ ਜਿੱਤ ਕਰਨ ਵਾਲੀ ਬਣ ਜਾਏਗੀ। ਨਸ਼ਟੋ ਮੋਹਾ ਮਤਲਬ ਮੋਹ ਨੂੰ ਖਤਮ ਕਰਨ ਵਾਲੀ ਬਣ ਜਾਏਗੀ ਕਿਉਂਕਿ ਉਹ ਗਿਆਨ ਦਾ ਰੂਪ ਹੀ ਬਣ ਜਾਏਗੀ। ਸਾਰਾ ਗਿਆਨ ਹੋ ਜਾਏਗਾ। ਨਸ਼ਟੋ ਮੋਹਾ ਤੇ ਪਹਿਲਾਂ ਹੀ ਬਣਾ ਦੇਵੇਗਾ। ਸਮਾਂ ਬਣਾਇਆ ਦੇਗਾ। ਸਮਾਂ ਐਸੀ ਸੋਟੀ ਮਾਰੇਗਾ। ਸਮਾਂ ਟੀਚਰ ਹੈ। ਹਲੇ ਸਮਾਂ ਟੀਚਰ ਹੈ ਅਤੇ ਟੀਚਰ ਦੇ ਹੱਥ 'ਚ ਸੋਟੀ ਹੈ। ਮੈਂ ਪਹਿਲਾਂ ਬਹੁਤ ਪੁਰਾਣੀ ਵੀਡੀਓ 'ਚ ਕਿਹਾ ਹੈ ਕਿ ਹੁਣ ਸਮਾਂ ਟੀਚਰ ਹੈ ਅਤੇ ਟੀਚਰ ਦੇ ਹੱਥ 'ਚ ਸੋਟੀ ਹੈ। ਕਿਹੜੀ ਸੋਟੀ ਹੈ? ਗਿਆਨ ਦੀ ਸੋਟੀ ਹੈ। ਸਾਰਿਆਂ ਨੂੰ ਗਿਆਨ ਦੀ ਸੋਟੀ ਲਾਏਗਾ। ਗਿਆਨ ਦੀ ਕਿਰਪਾਨ ਕੰਮ 'ਚ ਆਏਗੀ। ਵਿਨਾਸ਼ ਵਾਲੀ ਬੁੱਧ ਨੂੰ ਪਰਿਵਰਤਨ ਮਤਲਬ ਬਦਲਾਅ ਕਰਕੇ ਪਰਮ ਗਿਆਨ ਬੁੱਧ ਮਤਲਬ ਵਿਚਾਰਾਂ ਤੇ ਭਰ ਦੇਗਾ। ਸਭ ਦੇ ਮਨ ਅਤੇ ਬੁੱਧ ਤੇ ਪਰਮ ਗਿਆਨ ਹੋਏਗਾ। ਪਰਮ ਗਿਆਨ ਰੂਪ ਬਣ ਕੇ ਅਤੇ ਗਿਆਨ ਨੂੰ ਜ਼ਿੰਦਗੀ 'ਚ ਧਾਰਨ ਕਰਕੇ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਫੈਲਾਣਗੇ ਅਤੇ ਜੋ ਵਿਨਾਸ਼ਕਾਰੀ ਯਾਨੀ ਵਿਨਾਸ਼ ਚਾਹੁਣ ਵਾਲੀਆਂ ਆਤਮਾ ਹਨ, ਜਿਨ੍ਹਾਂ ਨੇ ਅੱਜ ਤੱਕ ਵਿਨਾਸ਼ ਕੀਤਾ ਹੈ, ਉਹਨਾਂ ਨੂੰ ਅੰਤ ਸਮੇਂ ਤੇ ਹੌਲੀ ਹੌਲੀ ਪਛਤਾਵਾ ਹੋਏਗਾ। ਇੱਕ ਪਾਸੇ ਪਛਤਾਵੇ ਵਾਲੀਆਂ ਆਤਮਾਵਾਂ ਹੋਣਗੀਆਂ।
ਹਾਹਾਕਾਰ ਤੇ ਜੈ ਜੈਕਾਰ ਦੋ ਤਰ੍ਹਾਂ ਦਾ ਵਾਤਾਵਰਣ ਹੋਏਗਾ। ਇੱਕ ਹੈ ਵਿਨਾਸ਼ਕਾਰੀ ਮਤਲਬ ਵਿਨਾਸ਼ ਚਾਹਣ ਵਾਲੇ, ਜਿਨ੍ਹਾਂ ਨੇ ਅਨੇਕਾਂ ਸਾਲਾਂ ਤੋਂ ਵਿਨਾਸ਼ ਕਰ ਦਿੱਤਾ। ਉਹਨਾਂ ਨੇ ਬੇਹੱਦ ਦੇ ਬੱਚਿਆਂ ਦੇ ਬੇਹੱਦ ਦੇ ਆਕਾਰੀ ਬਾਪ ਦੀ ਵੀ ਨਹੀਂ ਸੁਣੀ। ਵਾਣੀਆਂ ਮਤਲਬ ਮਹਾਵਾਕਾਂ ਵਿੱਚ ਕਿਹਾ ਹੈ ਕਿ ਤੁਸੀਂ ਆਤਮ ਸਰੂਪ ਬਣੋ। ਤੁਹਾਡੀ ਆਤਮਾ ਦੀ ਪਰਮ ਲਾਈਟ ਦੀ ਸਰੀਰ ਵੀ ਲਾਈਟ ਦਾ ਅਤੇ ਚਾਰੋਂ ਪਾਸੇ ਲਾਈਟ ਹੀ ਲਾਈਟ ਵੇਖੋ। ਚਾਰੋਂ ਪਾਸੇ ਲਾਈਟ ਹੀ ਲਾਈਟ ਵੇਖੋ। ਸਾਰੀ ਧਰਤੀ ਤੇ ਲਾਈਟ ਹੀ ਲਾਈਟ ਹੈ, ਲਾਈਟ ਹੀ ਲਾਈਟ ਹੈ। ਪਰ ਜੋ ਵਿਨਾਸ਼ ਕਰਦੇ ਰਹੇ, ਇਹਨਾਂ ਵਿਨਾਸ਼ਕਾਰੀਆਂ ਦੀ ਬੁੱਧ 'ਚ ਪਰਮ ਗਿਆਨ ਨਹੀਂ ਆਏਗਾ। ਹੌਲੀ ਹੌਲੀ ਚਾਰੋਂ ਪਾਸੇ ਗਿਆਨ ਫੈਲੇਗਾ ਅਤੇ ਹੌਲੀ ਹੌਲੀ ਪਰਮ ਸ਼ਾਂਤੀ ਹੋਏਗੀ। ਉਦੋਂ ਇਹਨਾਂ ਨੂੰ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨ ਟੱਚ ਹੋਣਗੇ। ਉਦੋਂ ਇਹਨਾਂ ਨੂੰ ਪਤਾ ਲੱਗੇਗਾ ਵਿਨਾਸ਼ ਨਹੀਂ, ਪਰਮ ਸ਼ਾਂਤੀ। ਪਰਮ ਜੋ ਗਿਆਨ ਦਿੱਤਾ ਸੀ ਪਰਿਵਰਤਨ ਦਾ, ਬੇਹੱਦ ਦੇ ਵਿਸ਼ਵ ਦੇ ਪਰਿਵਰਤਨ ਦਾ ਗਿਆਨ ਹੌਲੀ ਹੌਲੀ ਸਭ ਦੀ ਬੁੱਧ ਨੂੰ ਟੱਚ ਕਰੇਗਾ। ਉਦੋਂ ਸਭ ਪਛਤਾਣਗੇ, ਬਹੁਤ ਪਛਤਾਵਾ ਹੋਏਗਾ। ਵਾਣੀਆਂ 'ਚ ਤੇ ਕਿਹਾ ਹੈ ਕਿ ਲਹੂ ਦੇ ਅਥਰੂ ਰੋਣਗੇ, ਕਿਉਂਕਿ ਬੇਹੱਦ ਦੇ ਬਾਪ ਨੂੰ ਗਿਆਨ ਦੇ ਰਾਹੀਂ ਨਹੀਂ ਜਾਣ ਸਕੇ। ਇੱਥੇ ਬੇਹੱਦ ਦਾ ਬਾਪ ਮਤਲਬ ਕਲਕੀ ਅਵਤਾਰ ਦੇ ਰੂਪ 'ਚ ਜੋ ਹਿੰਦੂ ਲੋਕੀ ਕਹਿੰਦੇ ਹੈ ਨਾ ਕਿ ਚਿੱਟਾ ਘੋੜਾ, ਉਹ ਮਨ ਰੂਪੀ ਘੋੜੇ ਦੀ ਗੱਲ ਹੈ। ਬੁੱਧ ਰੂਪੀ ਮਨ ਜੋ ਹੈ, ਮਨ ਦੇ ਅੰਦਰ ਪਰਮ ਗਿਆਨ ਹੈ, ਪਰਮ ਸ਼ਾਂਤੀ ਹੈ। ਸਾਰਿਆਂ ਨੂੰ ਪਰਮ ਸ਼ਾਂਤੀ, ਪਰਮ ਸੁਖ ਦੇਣ ਵਾਲਾ ਗਿਆਨ ਹੈ। ਸਾਰਿਆਂ ਨੂੰ ਆਤਮ ਸਰੂਪ ਦੀ ਅਨੁਭੂਤੀ ਯਾਨੀ ਅਹਿਸਾਸ ਕਰਾਏਗਾ। ਗਿਆਨ ਸਰੂਪ ਸਭ ਬਣਨ ਕੇ ਚਾਰੋਂ ਪਾਸੇ। ਇਸ ਤਰ੍ਹਾਂ ਲੋਕੀ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਫੈਲਾਉਂਦੇ ਹੋਏ ਪਰਮ ਸੁੱਖ ਦਾ ਅਹਿਸਾਸ ਕਰਨਗੇ। ਫਿਰ ਹੌਲੀ ਹੌਲੀ ਪੰਜ ਤੱਤਾਂ ਦੀ ਦੁਨੀਆ ਮਤਲਬ ਵਿਅਕਤ ਦੁਨੀਆ ਅਵਿਅਕਤ ਮਤਲਬ ਨਾ ਦਿਸਣ ਵਾਲੀ ਦੁਨੀਆ 'ਚ ਬਦਲ ਜਾਏਗੀ। ਹੌਲੀ ਹੌਲੀ ਪੰਜ ਤੱਤ ਪਰਮ ਤੱਤਾਂ 'ਚ ਬਦਲੀ ਹੋਣ ਲੱਗ ਪੈਣਗੇ। ਜਿਸ ਤਰ੍ਹਾਂ ਆਤਮਾਵਾਂ 'ਚ ਗਿਆਨ ਆਏਗਾ ਤੇ ਆਤਮ ਸਰੂਪ ਦਾ ਅਹਿਸਾਸ ਹੋਏਗਾ ਤੇ ਉਸ ਦਾ ਸੂਖਮ ਸਰੀਰ, ਕਾਰਨ ਸਰੀਰ, ਹੌਲੀ ਹੌਲੀ ਮਹਾਕਾਰਨ ਸਰੀਰ, ਪਰਮ ਮਹਾਕਾਰਨ ਸਰੀਰ ਦੇ ਅੰਦਰ ਹੌਲੀ ਹੌਲੀ ਗਿਆਨ ਆਏਗਾ ਤੇ ਸ਼ਾਂਤ ਸਰੂਪ ਮਤਲਬ ਸ਼ਾਂਤੀ ਨੂੰ ਧਾਰਨ ਕਰਦਾ ਜਾਏਗਾ। ਮਨ ਸ਼ਾਂਤ ਹੋਏਗਾ। ਬੁੱਧ ਇੱਕਦਮ ਪਰਮ ਸ਼ਾਂਤੀ ਦਾ ਅਨੁਭਵ ਕਰੇਗੀ ਅਤੇ ਬੁੱਧ 'ਚ ਪਰਮ ਗਿਆਨ ਹੋਏਗਾ। ਬੁੱਧ ਨਸ਼ਟੋ ਮੋਹਾ ਸਮ੍ਰਿਤੀ ਲੱਭਦਾ ਬਣੇਗੀ। ਬੁੱਧ ਜਦੋਂ ਨਸ਼ਟੋ ਮੋਹਾ ਯਾਨੀ ਮੋਹ ਤੋਂ ਰਹਿਤ ਬਣੇਗੀ ਤੇ ਆਤਮ ਸਰੂਪ ਦਾ ਅਹਿਸਾਸ ਕਰੇਗੀ। ਸਮ੍ਰਿਤੀ ਸਮਰੂਪ ਯਾਨੀ ਆਪਣੀ ਪਹਿਚਾਨ ਕਰਨ ਵਾਲੀ ਬਣੇਗੀ ਕਿ ਮੈਂ ਕਿਹੜੀ ਕੈਟਾਗਰੀ ਦੀ ਆਤਮਾ ਹਾਂ, ਕਿਹੜੀ ਕਲਾ ਦੀ ਆਤਮਾ ਹਾਂ। ਫਿਰ ਹੌਲੀ ਹੌਲੀ ਸਭ ਆਤਮਾਵਾਂ ਸਾਕਾਰੀ ਤੋਂ ਆਕਾਰੀ ਬਣਨਗੀਆਂ। ਇਸੇ ਤਰ੍ਹਾਂ ਪੰਜ ਤੱਤਾਂ ਦੀ ਦੁਨੀਆ ਵੀ ਹੌਲੀ ਹੌਲੀ ਪਰਮ ਤੱਤਾਂ 'ਚ ਕਨਵਰਟ ਮਤਲਬ ਬਦਲੇਗੀ ਅਤੇ ਹੌਲੀ ਹੌਲੀ ਲੋਕ ਪਰਮ ਸੁੱਖ ਦਾ ਅਹਿਸਾਸ ਕਰਨਗੇ, ਪਰਮ ਸ਼ਾਂਤੀ ਦਾ ਅਹਿਸਾਸ ਕਰਨਗੇ ਅਤੇ ਆਤਮ ਸਰੂਪ ਦਾ ਅਹਿਸਾਸ ਹੋਏਗਾ। ਤੇ ਚਾਰੋਂ ਪਾਸੇ ਵਾਤਾਵਰਣ 'ਚ ਹੌਲੀ ਹੌਲੀ ਪਰਮ ਸ਼ਾਂਤੀ ਦੇ ਨਾਲ ਪਰਮ ਲਾਈਟ ਵੀ ਆਏਗੀ। ਚਾਰੇ ਪਾਸੇ ਵਾਤਾਵਰਣ ਪਹਿਲਾਂ ਪਰਮ ਤੱਤਾਂ ਦਾ ਬਣੇਗਾ, ਪਰਮ ਵਾਯੂ, ਪਰਮ ਆਕਾਸ਼, ਪਰਮ ਅਗਨੀ ਦਾ। ਫਿਰ ਹੌਲੀ ਹੌਲੀ ਲੋਕਾਂ ਨੂੰ ਮਨ ਦੀ ਸ਼ਾਂਤੀ ਮਿਲੇਗੀ ਅਤੇ ਲੋਕ ਸਾਰੀ ਦੁਨੀਆ 'ਚ ਸ਼ਾਂਤੀ ਦੀ ਤਰਫ ਭੱਜਣਗੇ। ਸਾਰੇ ਵਿਨਾਸ਼ ਦਾ ਅੱਖਰ ਹੀ ਭੁੱਲ ਜਾਣਗੇ। ਵਿਨਾਸ਼ਕਾਰੀ ਵੀ ਪਰਮ ਸ਼ਾਂਤੀ ਬੋਲਣ ਲੱਗ ਜਾਣਗੇ ਅਤੇ ਹੌਲੀ ਹੌਲੀ ਲੋਕੀ ਮਨ ਦੀ ਸ਼ਾਂਤੀ ਦਾ ਅਹਿਸਾਸ ਕਰਨਗੇ।